ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ ਕੀ ਬਾਰ ਮਹੱਲਾ ਚੌਥਾ। 21 ਪੌੜੀਆਂ ਤੱਕ ਆਪਾਂ ਵਿਚਾਰੀ ਸੀ। ਆਓ 12ਵੀਂ ਪੌੜੀ ਦੇ ਸ਼ਲੋਕ ਤੇ ਅੱਗੇ ਪੌੜੀ ਦੀ ਵਿਚਾਰ ਸ਼ੁਰੂ ਕਰਦੇ ਹਾਂ, ਕਿਉਂਕਿ 21 ਪੌੜੀਆਂ ਤੱਕ ਆਪਾਂ ਸ਼ਲੋਕ ਤੇ ਪੌੜੀ ਵਿਚਾਰ ਚੁੱਕੇ ਹਾਂ। 22ਵਾਂ ਪੌੜੀ ਦੇ ਸ਼ਲੋਕ ਨੇ ਸ਼ਲੋਕ ਮਹੱਲਾ ਚੌਥਾ, ਮਹੱਲੇ ਚੌਥੇ ਦਾ ਸ਼ਲੋਕ ਹੈ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਸਵਣਾ, ਇੱਕ ਸਵਣਾ ਤੇ ਜਾਗਣਾ ਹੈ ਜਿਹੜਾ ਸਰੀਰਕ ਹੈ, ਜਿੱਥੇ ਜਾ ਕੇ ਅਸੀਂ ਰੋਜ਼ ਰਾਤ ਨੂੰ ਤਨ ਸੌਂ ਜਾਂਦਾ ਹੈ ਤੇ ਸਵੇਰੇ ਅਸੀਂ ਜਾਗਦੇ ਹਾਂ। ਇੱਕ ਸਤਿਗੁਰਾਂ ਦੀ ਬਾਣੀ ਅਨੁਸਾਰ ਜਾਗਣਾ ਹੈ, ਉਹ ਹੈ ਮਨ ਦਾ ਜਾਗਣਾ, ਤ੍ਰੈ ਗੁਣਾਂ ਦੇ ਵਿੱਚ ਸੁੱਤੇ ਮਨ ਦਾ ਜਾਗਣਾ। ਗੁਰਬਾਣੀ ਅਨੁਸਾਰ ਉਹ ਜਾਗਣਾ ਹੈ, ਕਿਉਂਕਿ ਸੰਸਾਰ ਸੁੱਤਾ ਪਿਆ ਹੈ ਤ੍ਰੈ ਗੁਣਾਂ ਦੇ ਵਿੱਚ। ਤੇਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਤੇ ਉਹ ਗੁਰ ਦੇ ਕਿਰਪਾ ਦੇ ਨਾਲ ਮਨ ਜਾਗਦਾ ਹੈ। ਤੇ ਜਦੋਂ ਫਿਰ ਜਿਹੜਾ ਗੁਰਮੁਖ ਅਵਸਥਾ ਹੈ, ਉੱਥੇ ਜਾ ਕੇ ਫਿਰ ਤ੍ਰੈ ਗੁਣ ਵੀ ਉਸ ਪ੍ਰਭੂ ਦੇ ਨੇ, ਫਿਰ ਦੋ ਹੀ ਰੂਪ ਉਸ ਦੇ ਆਪਣੇ ਨੇ। ਇਸ ਕਰਕੇ ਮਨ ਸੰਸਾਰ ਨਾਲ ਹੈ, ਨਿਰੰਕਾਰ ਨਾਲ ਹੈ, ਉਹ ਪ੍ਰਵਾਨ ਹੈ, ਕਿਉਂਕਿ ਉਸ ਦਾ ਲੇਖਾ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਉਸ ਪ੍ਰਭੂ ਦਾ ਮਿਲਾਪ ਹੋ ਗਿਆ ਹੈ, ਜੋ ਸਾਨੂੰ ਸਾਰਿਆਂ ਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਦਾਨ। ਉਹ ਪੂਰੇ ਹੋ ਜਾਂਦੇ ਨੇ ਉਸ ਪ੍ਰਭੂ ਦੀ ਨਿਗਾਹ ਦੇ ਵਿੱਚ, ਪ੍ਰਭੂ ਦੀ ਦ੍ਰਿਸ਼ਟੀ ਦੇ ਵਿੱਚ, ਤੇ ਜਿਨ੍ਹਾਂ ਨੂੰ ਪ੍ਰਭੂ ਫਿਰ ਆਪ ਆਪਣੇ ਘਰ ਦਾ ਪ੍ਰਧਾਨ ਵੀ ਬਣਾਉਂਦਾ ਹੈ, ਆਪਣੇ ਦਰ ਦਾ। ਤੇ ਫਿਰ ਉਹਨਾਂ ਨੂੰ ਸਾਸ ਗਰਾਸ ਮਾਲਕ ਨਹੀਂ ਵਿਸਰਦਾ, ਕਿਉਂਕਿ ਦੂਜਾ ਹੈ ਹੀ ਨਹੀਂ, ਉਹੀ ਹੈ ਸਾਰਾ ਕੁਛ। ਭਰਮ ਖਤਮ ਹੋ ਗਿਆ ਤੇ ਦੂਜਾ ਕੋਈ ਨਹੀਂ ਹੈ ਸੰਸਾਰ ਦੇ ਵਿੱਚ। ਉਸੇ ਦਾ ਇੱਕ ਸਰਗੁਣ ਰੂਪ ਹੈ ਤੇ ਇੱਕ ਨਿਰਗੁਣ ਹੈ। ਮਾਇਆ ਸਰਗੁਣ ਹੈ, ਇਸ ਕਰਕੇ ਉਹ ਵੀ ਉਸੇ ਦੀ ਆਪਣੀ ਸਾਜੀ ਹੈ, ਇਸ ਕਰਕੇ ਫਿਰ ਉਹ ਪ੍ਰਵਾਨ ਹੈ। ਕਰਮੀ ਸਤਿਗੁਰ ਪਾਈਐ, ਅਨ ਦਿਨ ਲੱਗੈ ਧਿਆਨ। ਫਿਰ ਪ੍ਰਭੂ ਦਇਆ ਕਰਦਾ ਹੈ, ਕਰਮ ਦੇ ਵਿੱਚ ਲਾਉਂਦਾ ਹੈ, ਸੱਚੇ ਗੁਰ ਦਾ ਖਜ਼ਾਨਾ ਦਿੰਦਾ ਹੈ। ਅਨ ਦਿਨ ਧਿਆਨ ਦੇ ਵਿੱਚ ਧਿਆਨ, ਕਿਉਂਕਿ ਪ੍ਰਗਟ ਹੋ ਜਾਂਦਾ ਕਿ ਦੂਜਾ ਹੈ ਹੀ ਕੋਈ ਨਹੀਂ ਹੈ। ਹਰ ਸਮੇਂ ਅੱਠੇ ਪਹਿਰ ਸਾਹਮਣੇ ਹੈ, ਦੇਖਦੇ ਹਾਂ, ਤੇ ਇਸ ਤਰੀਕੇ ਨਾਲ ਫਿਰ ਧਿਆਨ ਲੱਗਦਾ ਹੈ ਅਨ ਦਿਨ। ਤੇ ਫਿਰ ਮਾਲਕ ਕਰਮ ਦੇ ਵਿੱਚ ਲਾਉਂਦਾ ਹੈ ਕਿ ਹੁਣ ਤੁਸੀਂ ਅੱਗੇ ਇਹ ਗਿਆਨ ਦੇਣਾ ਹੈ ਸੱਚੇ ਗੁਰ ਦਾ। ਫਿਰ ਇਹ ਸੱਚੇ ਗੁਰ ਦਾ ਖਜ਼ਾਨਾ ਪ੍ਰਭੂ ਬਖਸ਼ਿਸ਼ ਕਰਦਾ ਹੈ।
ਤਿਨ ਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਨ। ਫਿਰ ਐਸੇ ਜਨਾਂ ਦੀ ਸੰਗਤ ਕਰਾਂਗੇ, ਉਹ ਫਿਰ ਸਾਨੂੰ ਸੱਚੇ ਗੁਰ ਦਾ ਗਿਆਨ ਦਿੰਦੇ ਨੇ, ਜਿਨ੍ਹਾਂ ਦੁਆਰਾ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਹੁੰਦਾ ਹੈ। ਕਿਉਂਕਿ ਜਦ ਤੱਕ ਪ੍ਰਭੂ ਕਿਸੇ ਨੂੰ ਜਲਾਉਂਦਾ ਨਹੀਂ, ਇਹ ਖਜ਼ਾਨਾ ਦਿੰਦਾ ਨਹੀਂ, ਕਰਮ ਦੇ ਵਿੱਚ ਲਾਉਂਦਾ ਨਹੀਂ, ਤੇ ਉਹ ਸਾਨੂੰ ਦਰਗਾਹ ਦੇ ਵਿੱਚ ਨਹੀਂ ਲਿਜਾ ਸਕਦਾ। ਜਿਸ ਨੂੰ ਆਪਣੇ ਦਰ ਦਾ ਚੌਂਕੀਦਾਰ ਬਣਾ ਦਿੰਦਾ ਹੈ, ਆਪਣੇ ਦਰ ਦਾ ਕੁੱਕਰ ਬਣਾ ਦਿੰਦਾ ਹੈ, ਉਹ ਫਿਰ ਸਾਨੂੰ ਉਸ ਦਰ ਦਾ, ਉਸ ਘਰ ਦਾ ਭੇਤ ਵੀ ਦਿੰਦਾ ਹੈ। ਉਸ ਦਰ ਤੇ ਖੜ ਕੇ ਭੌਂਕਦਾ ਹੈ। ਸੌਂਦੇ ਵਾਹੋ ਵਾਹ ਉਚਰੈ, ਉੜਦੇ ਵੀ ਵਾਹੋ ਵਾਹ ਕਰੇ। ਕਿਉਂਕਿ ਮਾਲਿਕ ਹੈ, ਕੋਈ ਦੂਜਾ ਤਾਂ ਹੈ ਨਹੀਂ। ਇਸ ਕਰਕੇ ਅੰਦਰੋਂ ਫਿਰ ਉਸੇ ਦੀ ਸਿਫਤ ਸਲਾਹ ਹੈ। ਸੌਂਦੇ ਚਾਹੇ ਜਾਗਦੇ, ਸਿਫਤ ਸਲਾਹ ਇੱਕ ਪ੍ਰਭੂ ਦੀ ਕਰਦੇ ਨੇ। ਪ੍ਰਭੂ ਤੋਂ ਬਿਨਾਂ ਦੂਜਾ ਨਹੀਂ ਹੈ। ਨਾਨਕ ਤੇ ਮੁਖ ਉਜਲੇ, ਜੇ ਨਿਤ ਉੱਠ ਸੰਭਾਲੇਨ। ਜਿਹੜੇ ਨਿਤ ਆਉਂਦੇ ਨੇ, ਜਾਗਦੇ ਨੇ ਤ੍ਰੈ ਗੁਣਾਂ ਦੇ ਵਿੱਚੋਂ, ਤੇ ਪ੍ਰਭੂ ਨੂੰ ਸੰਭਾਲਦੇ ਨੇ, ਉਹਨਾਂ ਨੂੰ ਫਿਰ ਵਿਸਰਦਾ ਨਹੀਂ ਹੈ। ਉਹਨਾਂ ਦੇ ਮੁਖ ਉਜਲ ਰਹਿੰਦੇ ਨੇ, ਪ੍ਰਕਾਸ਼ ਹੋ ਜਾਂਦਾ ਹੈ ਮੁਖ। ਜਦੋਂ ਸਾਡਾ ਮੁਖ ਪ੍ਰਕਾਸ਼ ਹੋ ਜਾਂਦਾ ਹੈ, ਐਸੀ ਬਹੁਤ ਸਾਰੀ ਸੰਗਤ ਹੈ ਜਿਨ੍ਹਾਂ ਦੇ ਮੁਖ ਉਜਲ ਨੇ, ਜਿਹੜੇ ਕਦੇ ਮੈਲੇ ਨਹੀਂ ਹੁੰਦੇ, ਹਮੇਸ਼ਾ ਉਜਲ ਰਹਿੰਦੇ ਨੇ। ਕਿਉਂਕਿ ਉਸ ਪ੍ਰਭੂ ਨੂੰ ਧਿਆਉਂਦੇ ਨੇ, ਉਸੇ ਦੀ ਵਾਹੋ ਵਾਹੋ ਕਰਦੇ ਨੇ। ਪਰ ਦਿਖਾਵਾ ਨਹੀਂ ਹੈ। ਪਰਮੇਸ਼ਰ ਜਾਣਦਾ ਹੈ ਕਿ ਮੇਰੇ ਨਾਲ ਕਿੰਨਾ ਕੁ ਪਿਆਰ ਹੈ, ਕਿ ਮੇਰੇ ਬਰਾਬਰ ਮੇਰਾ ਕੋਈ ਸ਼ਰੀਕ ਵੀ ਸਮਝਦਾ ਹੈ। ਕਿਉਂਕਿ ਉਹ ਫਿਰ ਪ੍ਰਭੂ ਤੋਂ ਬਿਨਾਂ ਦੂਜੇ ਨੂੰ ਨਹੀਂ ਮੰਨਦੇ। ਅੱਗੇ ਫਿਰ ਸ਼ਲੋਕ ਹੈ ਮਹੱਲੇ ਚੌਥੇ ਦਾ। ਸਤਿਗੁਰ ਸੇਵੀਐ ਆਪਣਾ, ਪਾਈਐ ਨਾਮ ਅਪਾਰ। ਅਪਾਰ ਨਾਮ ਪ੍ਰਾਪਤ ਹੋ ਜਾਂਦਾ ਹੈ ਸਤਿਗੁਰ ਦੀ ਸੇਵਾ ਦੇ ਨਾਲ। ਕਿਉਂਕਿ ਸਤਿਗੁਰ ਦੀ ਸੇਵਾ, ਸੱਚੇ ਗੁਰ ਦੀ ਸੇਵਾ ਜਦੋਂ ਅਸੀਂ ਕਰਦੇ ਹਾਂ ਗਿਆਨ ਲੈ ਕੇ, ਫਿਰ ਖਜ਼ਾਨਾ ਕਿਹੜਾ ਮਿਲਦਾ ਹੈ? ਅਪਾਰ। ਕੌਣ ਦਿੰਦਾ ਹੈ? ਸਤਿਗੁਰ। ਜਦੋਂ ਸਤਿਗੁਰ ਦੀ ਸੇਵਾ ਕਰਦੇ ਹਾਂ, ਉਹ ਨਾਮ ਅਪਾਰ ਹੈ। ਜਿਵੇਂ ਪਰਮੇਸ਼ਰ ਅਪਾਰ ਹੈ, ਇੱਦਾਂ ਉਸ ਦਾ ਨਾਮ ਵੀ ਅਪਾਰ ਹੈ। ਜੇ ਵੜ ਆਪ ਤੇ ਵੜ ਤੇਰੀ ਦਾਤ। ਜਿਹੜਾ ਆਪ ਹੈ, ਓਡਾ ਹੀ ਉਸ ਦੀ ਦਾਤ ਨਾਮ ਹੈ। ਭੌਜਲ ਡੁੱਬਦਿਆਂ ਕੱਢ ਲਏ, ਹਰ ਦਾਤ ਕਰੇ ਦਾਤਾ। ਜਦੋਂ ਅਸੀਂ ਸਤਿਗੁਰ ਦੀ ਸੇਵਾ ਲੱਗਦੇ ਹਾਂ, ਸਾਨੂੰ ਭਵਜਲ ਤੋਂ ਵਿੱਚੋਂ ਡੁੱਬਦਿਆਂ ਚੋਂ ਕੱਢ ਲੈਂਦਾ ਹੈ ਪ੍ਰਭੂ, ਤੇ ਸਾਨੂੰ ਦਾਤ ਦਿੰਦਾ ਹੈ ਨਾਮ ਦੀ। ਕਿਉਂਕਿ ਦਾਤ ਨਾਮ ਦੀ ਹੈ, ਪ੍ਰਭੂ ਦੇ ਕੋਲ ਹੈ, ਸਤਿਗੁਰ ਦੇ ਕੋਲ ਹੈ, ਕਿਸੇ ਇਨਸਾਨ ਦੇ ਕੋਲ ਨਹੀਂ ਹੈ। ਧਨ ਧਨ ਸੇ ਸਾਹ ਹੈ, ਜੇ ਨਾਮ ਕਰੇ ਵਪਾਰ। ਉਸ ਦੇ ਸ਼ਾਹ ਨੇ ਪ੍ਰਭੂ ਦੇ, ਜਿਹੜੇ ਇਹ ਨਾਮ ਦਾ ਵਪਾਰ ਕਰਦੇ ਨੇ, ਜਿਹੜੇ ਨਾਮ ਦਾ ਸੋਝੀ ਦਿੰਦੇ ਨੇ, ਨਾਮ ਦਾ ਗਿਆਨ ਦਿੰਦੇ ਨੇ ਕਿ ਕਿੱਥੋਂ ਆਪਾਂ ਨਾਮ ਪ੍ਰਾਪਤ ਕਰਨਾ ਹੈ, ਕਿੱਥੇ ਪ੍ਰਭੂ ਵਸਦਾ ਹੈ, ਕਿੱਥੇ ਉਸ ਦਾ ਖਜ਼ਾਨਾ ਹੈ, ਕਿਵੇਂ ਆਪਾਂ ਉਸ ਦਰ 'ਤੇ ਜਾਣਾ ਹੈ। ਇਹ ਵਪਾਰ ਕਰਦੇ ਨੇ ਜਿਨ੍ਹਾਂ ਨੂੰ ਆਪ ਪ੍ਰਭੂ ਨੇ ਵਪਾਰ ਦੇ ਵਿੱਚ ਲਾਇਆ ਹੈ। ਵਣਜਾਰੇ ਸਿੱਖ ਆਪਦੇ ਸ਼ਬਦ ਲੰਘਾਵਣ ਹਾਰ। ਫਿਰ ਸਿੱਖ ਆਉਂਦੇ ਨੇ ਜਿਹੜੇ ਵਣਜਾਰੇ ਨੇ ਨਾਮ ਦੇ ਵਣਜ ਦੇ, ਉਹਨਾਂ ਨੂੰ ਫਿਰ ਗੁਰ ਦੇ ਸ਼ਬਦ ਦੁਆਰਾ ਪਾਰ ਲਗਾਉਂਦੇ ਨੇ। ਜਨ ਨਾਨਕ ਜਿਨ ਕੋ ਕਿਰਪਾ ਪਈ, ਤਿਨ ਸੇਵਿਆ ਸਿਰਜਣਹਾਰ। ਫਿਰ ਜਿਨ੍ਹਾਂ ਨੂੰ ਕਿਰਪਾ ਹੁੰਦੀ ਹੈ, ਉਹ ਫਿਰ ਉਸ ਪ੍ਰਭੂ ਦੀ ਸੇਵਾ ਕਰਦੇ ਨੇ, ਸਿਰਜਣਹਾਰ ਦੀ ਸੇਵਾ ਕਰਦੇ ਨੇ। ਪੌੜੀ ਹੈ ਸੱਚ ਸੱਚੇ ਕੇ ਜਨ ਭਗਤ ਹੈ, ਸੱਚ ਸੱਚਾ ਜਿਨੇ ਆਰਾਧਿਆ। ਜਿਹੜੇ ਸੱਚ ਨੂੰ ਆਰਾਧਦੇ ਨੇ, ਉਹੀ ਸੱਚੇ ਦੇ ਭਗਤ ਨੇ, ਪ੍ਰਭੂ ਦੇ ਭਗਤ ਨੇ।
ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋਂ ਹੀ ਸੱਚ ਲੱਦਿਆ। ਜਿਨ੍ਹਾਂ ਗੁਰਮੁਖਾਂ ਨੇ ਗੁਰ ਦਾ ਗਿਆਨ ਲੈ ਕੇ ਅੰਦਰ ਟੂਟਣਾ ਸ਼ੁਰੂ ਕੀਤਾ ਤੇ ਅੰਦਰੋਂ ਹੀ 10ਵੇਂ ਦੁਆਰ 'ਚ ਹੀ ਪ੍ਰਭੂ ਨੂੰ ਲੱਭ ਲਿਆ ਹੈ। 9 ਦੁਆਰਾਂ ਦੇ ਸਰੀਰ ਵਿੱਚ ਨਹੀਂ ਹੈ, 10ਵੇਂ ਦੁਆਰ 'ਚ ਇਹ ਬਾਹਰ ਹੈ, 10ਵੇਂ ਦੁਆਰ 'ਚ ਜਾ ਕੇ ਅੰਦਰ ਹੈ। ਸੱਚ ਸਾਹਿਬ ਜਿਨ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਲਕੰਟਕ ਮਾਰਤੀ ਨੀ ਸਦਿਆ। ਜਿਨ੍ਹਾਂ ਨੇ ਉਸ ਪ੍ਰਭੂ ਦੀ ਸੱਚੇ ਸਾਹਿਬ ਦੀ ਸੇਵਾ ਕੀਤੀ ਹੈ ਉਹਨਾਂ ਨੇ ਅੰਦਰੋਂ ਕਾਲ ਕੰਟਕ ਨੂੰ ਮਾਰ ਦਿੱਤਾ ਹੈ। ਕਿਉਂਕਿ ਜਦੋਂ ਪ੍ਰਭੂ ਮਨ ਵਿੱਚ ਆ ਕੇ ਵਸ ਜਾਂਦਾ ਹੈ ਉਦੋਂ ਕਾਲ ਕੰਟਕ ਖਤਮ ਹੋ ਜਾਂਦਾ ਹੈ। ਫਿਰ ਹੀ ਜਾ ਕੇ ਉਹ ਸ਼ਬਦ ਜਿਹੜਾ 5 ਸ਼ਬਦ ਵੀ ਕਹਿੰਦੇ ਹਨ, ਹਦ ਸ਼ਬਦ ਵੀ ਕਹਿ ਦਿੱਤਾ ਹੈ, ਉਹ ਫਿਰ ਦਿੱਤਾ ਜਾਂਦਾ ਹੈ ਜਦੋਂ ਆਪ ਪ੍ਰਭੂ ਘਰ ਵਿੱਚ ਆ ਕੇ ਵਸਦਾ ਹੈ, ਕਾਲ ਕੰਟਕ ਨੂੰ ਮਾਰ ਦਿੰਦਾ ਹੈ। ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਬਾਜੇ 5 ਸ਼ਬਦ ਤਿਤ ਕਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਘਰ ਧਾਰੀਆ, 5 ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਬਾਜੇ। ਸੱਚ ਸੱਚਾ ਸਭ ਤੋਂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਦੇ ਆ। ਸੱਚ ਸੱਚਾ ਹੈ, ਸਭ ਤੋਂ ਵੱਡਾ ਹੈ। ਜਿਹੜੇ ਸੱਚ ਨੂੰ ਸੇਵਦੇ ਨੇ ਸੱਚ ਦੇ ਹੀ ਵਿੱਚ ਸਮਾ ਜਾਂਦੇ ਨੇ। ਸੱਚ ਸੱਚੇ ਨੂੰ ਸਾਬਾਸ ਹੈ, ਸੱਚ ਸੱਚਾ ਸੇਵ ਫਲਾ ਦਿਆ। ਸੱਚ ਸੱਚੇ ਦੀ ਸੇਵਾ ਦੇ ਨਾਲ ਫਲ ਮਿਲਦਾ ਹੈ। ਸ਼ਾਬਾਸ਼ ਹੈ ਉਹਨਾਂ ਦੇ ਪ੍ਰਭੂ ਦੇ ਜਿਹੜੇ ਸੱਚ ਨੂੰ ਅਰਾਧਦੇ ਨੇ, ਕਿਉਂਕਿ ਸੱਚ ਦਾ ਵਿੱਚ ਹੀ ਜਾ ਕੇ ਰਲ ਜਾਂਦੇ ਨੇ। ਜੋਤ ਸੱਚ ਕੀ ਹੈ? ਸਰੀਰ ਕੋਈ ਸੱਚ ਨਹੀਂ ਹੈ ਕਿਸੇ ਦਾ, ਮਨ ਜੋ ਹੈ ਜੋਤ ਹੈ। ਜੋਤ ਜਾ ਕੇ ਜੋਤ ਵਿੱਚ ਰਲਦੀ ਹੈ, ਕਿਉਂਕਿ ਸਰੀਰ ਇੱਕ ਮਾਇਆ ਦਾ ਕੱਪੜਾ ਹੈ ਜਿਹੜਾ ਨਾਸਵਾਨ ਹੈ। ਇਸ ਨੂੰ ਸੱਚ ਨਹੀਂ ਕਹਿ ਸਕਦੇ, ਇਹ ਕੂੜ ਹੈ। ਇਹ ਤਨ ਜਿਹੜਾ ਹੈ ਇਹ ਕੂੜ ਹੈ। ਅਗਲਾ ਸ਼ਬਦ ਹੈ ਮਨਮੁਖ। ਸ਼ਲੋਕ ਮਹਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਨ ਪਰਮਾਏ। ਜਿਹੜੇ ਮਨਮੁਖ ਪ੍ਰਾਣੀ ਨੇ, ਮੂਰਖ ਨੇ, ਨਾਮ ਤੋਂ ਹੀਣੇ ਨੇ ਤੇ ਭਰਮ ਦੇ ਵਿੱਚ ਨੇ। ਬਿਨ ਗੁਰ ਮਨੁਆ ਨਾ ਟਿਕੈ, ਫਿਰ ਜੋਨੀ ਪਾਏ। ਕਿਉਂਕਿ ਮਨਮੁਖ ਨੇ ਗੁਰ ਨਹੀਂ ਲੈਂਦੇ, ਗੁਰ ਦਾ ਗਿਆਨ ਨਹੀਂ ਲੈਂਦੇ, ਇਸ ਕਰਕੇ ਉਹਨਾਂ ਦਾ ਮਨ ਨਹੀਂ ਟਿਕਦਾ। ਪ੍ਰਭੂ ਦੇ ਦਰ 'ਤੇ ਜਾਂਦਾ ਨਹੀਂ, ਦਰ ਖੁੱਲ੍ਹਦਾ ਨਹੀਂ। ਇਸ ਕਰਕੇ ਵਾਰ-ਵਾਰ ਜੂਨਾਂ ਦੇ ਵਿੱਚ ਜਾਣਾ ਪੈਂਦਾ ਹੈ। ਵਾਰ-ਵਾਰ ਜੂਨਾਂ ਵਿੱਚ ਜਾਂਦੇ ਨੇ, 84 ਲੱਖ ਜੂਨ ਭੋਗਦੇ ਨੇ। ਹਰ ਪ੍ਰਭ ਆਪ ਦਿਆਲ ਹੋਏ ਤਾਂ ਸਤਿਗੁਰ ਮਿਲਿਆ ਆਏ। ਜਦੋਂ ਪ੍ਰਭੂ ਖੁਸ਼ ਹੁੰਦਾ ਹੈ, ਦਇਆ ਕਰਦਾ ਹੈ, ਦਿਆਲੂ ਹੋ ਜਾਂਦਾ ਹੈ, ਕਿਰਪਾਲੂ ਹੁੰਦਾ ਹੈ ਕਿਸੇ ਦੇ ਉੱਤੇ, ਫਿਰ ਉਸ ਨੂੰ ਆਪ ਆ ਕੇ ਸਤਿਗੁਰ ਦੇ ਨਾਲ ਮਿਲਾ ਦਿੰਦਾ ਹੈ। ਆਪ ਸਤਿਗੁਰ ਪ੍ਰਗਟ ਹੋ ਜਾਂਦਾ ਹੈ। ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁੱਖ ਜਾਏ। ਫਿਰ ਸਮਝਾਉਂਦੇ ਨੇ ਵੀ ਜਿਨ੍ਹਾਂ ਨੂੰ ਇਹ ਖਜ਼ਾਨਾ ਦਿੰਦਾ ਹੈ ਆਪ ਪ੍ਰਭੂ ਮਿਲ ਕੇ, ਫਿਰ ਉਹ ਨਾਮ ਦੀ ਸਿਫਤ ਸਲਾਹ ਕਰਦੇ ਨੇ। ਕਿਹੜੇ ਨਾਮ ਦੀ? ਜਿਸ ਨਾਮ ਦੇ ਨਾਲ ਸਾਡਾ ਜਨਮ ਮਰਨ ਖਤਮ ਹੋ ਜਾਂਦਾ ਹੈ। ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁੱਖ ਜਾਏ। ਜਿਹਦੇ ਨਾਲ ਜਨਮ ਮਰਨ ਦਾ ਦੁੱਖ ਖਤਮ ਹੁੰਦਾ ਹੈ। ਅੱਗੇ ਫਿਰ ਸ਼ਲੋਕ ਹੈ ਮਹੱਲੇ ਚੌਥੇ ਦਾ। ਗੁਰ ਸਲਾਹੀ ਆਪਣਾ ਬਹੁ ਬਿਧ ਰੰਗ ਸੋ ਪਾਏ। ਗੁਰ ਦੀ ਸਿਫਤ ਸਲਾਹ ਕਰਨੀ ਹੈ, ਪਰ ਕਦੋਂ ਕਰ ਸਕਦਾ ਹੈ ਜੀਵ? ਜਦ ਪ੍ਰਭੂ ਨੂੰ ਪਾ ਜਾਂਦਾ ਹੈ। ਬਹੁ ਬਿਧ ਰੰਗ ਸੂ ਪਾਏ। ਜਦੋਂ ਉਸ ਪ੍ਰਭੂ ਨੂੰ ਪਾ ਜਾਂਦਾ ਹੈ ਫਿਰ ਉਹ ਗੁਰ ਦੀ ਸਿਫਤ ਸਲਾਹ ਕਰਦਾ ਹੈ, ਗੁਰ ਦਾ ਗਿਆਨ ਦਿੰਦਾ ਹੈ, ਉਹਦੇ ਰੰਗ ਦੇ ਵਿੱਚ ਰੰਗ ਕੇ ਬਿਧ ਦਿੰਦਾ ਹੈ। ਇੱਕ ਨੂੰ ਨਹੀਂ, ਕਿੰਨੇ ਜੀਵਾਂ ਨੂੰ ਦੇ ਸਕਦਾ ਹੈ। ਸਤਿਗੁਰ ਸੇਤੀ ਮਨ ਰੱਤਾ, ਰੱਖਿਆ ਬਣਤ ਬਣਾਏ। ਜਿਨ੍ਹਾਂ ਦਾ ਮਨ ਸਤਿਗੁਰ ਦੇ ਨਾਲ ਰਤਿਆ ਜਾਂਦਾ ਹੈ, ਆਪ ਪ੍ਰਭੂ ਨੇ ਇਹ ਬਣਤ ਬਣਾਈ ਹੈ, ਆਪਣੇ 'ਚ ਰਤ ਲੈਂਦਾ ਹੈ। ਆਪਨ ਸੰਗ ਆਪ ਪ੍ਰਭ
राते, नानक हर गुर कीनी दाते। आप कृपा करदा, अपने च रत लैंदा है, आप एक खजाना देंदा है, फिर वो जाके गुर दी सिफ सलाह करता है। जेवा सलाही ना रजई, हर प्रीतम चित लाए। फिर वो जेवा सिफ सलाह करती है, हरी प्रीतम दे विच चित ला के जुड़ के फिर उसकी सिफ सलाह करती है, तो वो जेवा रजदी नहीं है, सिफ सलाह करती। नानक नावै की मन भुख है, मन तृप्त है हर रस खाए। इस करके सतगुरु समझाते ने कि नाम दी भुख है। जे नाम दी भुख होएगी, फिर उस प्रभु की सिफ सलाह करके हरि दे रस नूं चखना की है, गुर शब्द का सिफ सलाह करनी, ते फिर मन तृप्त होंदा है। मन तृप्त हर रस खाए, जिमें भुख होवे। क्योंकि जिन्हां नूं भुख लगी हुंदी है, उन्हां नूं किसे कीमत ते भी खाना मिल जावे, वो ये नहीं कहते कि सानू कुछ दे असीं तां खावांगे, क्योंकि जिन्हां नूं भुख है। इस करके जिन्हां नूं भुख नहीं है वो खांदे नहीं, जिन्हां नूं नाम दी भुख नहीं है। तो इस करके वो जे गाउंदे भी ने ते माया वास्ते गाउंदे ने। जिहड़े भगत ने उन्हां नूं भुख लगती है। नानक भगतां भुख सलाहन, सच नाम आधार। क्योंकि सच्चे नाम की जिहड़ी भुख है, ये साडे दुखां दा नाश करती है। आप रोज पढ़ते हाँ, साचे नाम की लागै भूख, इत भूख है खाए चलिए दुख। सच्चे नाम की भुख, सिफ सलाह की भुख है। फिर मन तृप्त होंदा है हरी रस खा के, सिफ सलाह करके। अगे पौड़ी है, सच सच्चा कुदरत जानिए, दिन राती जिन बनाई है। वो सच जो सच्चा है, कुदरत दे विच वसिया होया है, जिसने कुदरत नूं साजिया है, जिसने दिन रात नूं बनाया है। चंद्रमा, धरती, सूरज साज के होर किन्ने ग्रह ब्रह्मंड साजे ने, तारे आपां कह देंदे हां। फिर उसकी एक गति बनाई है, उसका एक दायरा बनाया है चलन का, सीमा दे विच है, गति है। तो उस हिसाब नाल चलते ने दिन, फिर रात हो जाती है, फिर रात कदे चाननी कदे अंधेरी हो जाती है। इदा उस प्रभु ने ये सारा कुछ बनाया है नाम द्वारा। अपने तो नाम साजिया, नाम द्वारा एक कुदरत नूं साजिया है। उसनूं आपां जानना है, जिन्हां नूं जना देंदा उसनूं जान लेंदे ने। जिस जन आए सोई जन जाने, हर गुण सद ही आख वखाना। सो सच सलाही सदा सदा, सच सच्चे किया बड़ियाइयां। ते समझाउंदे ने सतगुरु जी, फिर वो सच्चे दी सिफ सलाह करनी सदा ही। बड़ियाई किस दी करनी? सच्चे दी, जो सिरजनहार है, जिसने खेल रचिया है, जिसने कुदरत साजी है, दिन रात बनाया है, 84 लाख जूनी बनाई है, 4 खानियां ने, तो उन्होंने भी उस द्वारा ही पाल रहा है। जिमें इंसान है ते भी पल रहा है, भोजन खाता है भी एक जूनी है, फसल भी एक जूनी है। इस तरीके नाल ये सारा एक खेल रचिया है प्रभु ने। सलाही सच, सलाह सच, सच कीमत किने ना पाई है। सिफ सलाह करनी है सच दी, पर सच किसी कीमत ते नहीं पाया जाता। जा मिलिया पूरा सतगुरु तां हाजर नदरी आई है। जब पूरा सतगुर मिल जाता है, सच्चा ज्ञान प्राप्त हो जाता है, तो वो प्रभु हाजर नजर आना शुरू हो जाता है। किसी कीमत ते नहीं पा सकते, क्योंकि उसकी कोई कीमत नहीं है। मोल न पाइया गुण अमोल, सर्वजोत में जाकी जो तार्यो, स्वामी ओत पोत गुर प्रसाद परम का नास, नानक तिन में ए विसास।
ਸਿਰਫ ਗੁਰ ਦੇ ਗਿਆਨ ਦੁਆਰਾ ਹੀ ਆਪਾਂ ਪਾ ਸਕਦੇ ਹਾਂ ਉਸ ਪ੍ਰਭੂ ਨੂੰ। ਹਾਜ਼ਰ ਨਾਜ਼ਰ ਨਜ਼ਰ ਆਉਂਦਾ ਹੈ। ਸੱਚ ਗੁਰਮੁਖ ਜਿਨੀ ਸਲਾਹਿਆ ਤਿਨਾਂ ਭੁੱਖਾਂ ਸਭ ਗਵਾਈਆਂ। ਤੇ ਜਿਨ੍ਹਾਂ ਸੱਚ ਨੂੰ ਸਲਾਹਿਆ ਹੈ ਉਹਨਾਂ ਦੀਆਂ ਭੁੱਖਾਂ ਪ੍ਰਭੂ ਗਵਾ ਦਿੰਦਾ ਹੈ। ਉਹਨਾਂ ਦੀ ਭੁੱਖ ਗਵਾਉਂਦਾ ਹੈ ਜਿਨ੍ਹਾਂ ਦਾ ਜਿਹੜੇ ਨਾਮ ਨੂੰ ਆਧਾਰ ਬਣਾ ਲੈਂਦੇ ਨੇ, ਸੱਚੇ ਸ਼ਬਦ ਨੂੰ ਪਿਆਰ ਕਰਦੇ ਨੇ, ਸੱਚੇ ਸ਼ਬਦ ਨੂੰ ਧਿਆਉਂਦੇ ਨੇ। ਜਿਵੇਂ ਤੀਜੇ ਪਾਤਸ਼ਾਹ ਜੀ ਸਮਝਾਉਂਦੇ ਨੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕੁਰਬਾਨ ਕਿਸ ਤੋਂ? ਗੁਰ ਤੋਂ। ਕਿਉਂਕਿ ਗੁਰ ਦੁਆਰਾ ਹੀ ਜਦੋਂ ਆਧਾਰ ਬਣਾ ਲੈਂਦੇ ਫਿਰ ਨਾਮ ਆਧਾਰ ਬਣ ਜਾਂਦਾ ਹੈ, ਮਨ ਦੀ ਭੁੱਖ ਖਤਮ ਹੋ ਜਾਂਦੀ ਹੈ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਤੇ ਦੂਜਿਆਂ ਨੂੰ ਵੀ ਦੱਸਿਆ ਵੀ ਤੁਸੀਂ ਵੀ ਇਹ ਸ਼ਬਦ ਨੂੰ ਆਧਾਰ ਬਣਾਓ, ਸੱਚੇ ਨਾਮ ਨੂੰ ਆਧਾਰ ਬਣਾਓ, ਸ਼ਬਦ ਦੇ ਨਾਲ ਪਿਆਰ ਪਾਓ। ਇਹ ਸਾਡੇ ਮਨ ਦੀਆਂ ਭੁੱਖਾਂ ਗਵਾਉਂਦਾ ਹੈ। ਅੱਗੇ ਫਿਰ ਸਲੋਕ ਮਹੱਲਾ ਚੌਥਾ, ਮਹੱਲੇ ਚੌਥੇ ਦਾ ਸਲੋਕ ਹੈ। ਮੈਂ ਮਨ ਤਨ ਖੋਜ ਖੋਜੇਂਦਿਆਂ, ਸੋ ਪ੍ਰਭ ਲੱਦਾ ਲੋੜ। ਉਹ ਪ੍ਰਭੂ ਨੂੰ ਲੱਭ ਲਿਆ। ਕਿੱਥੇ? ਤਨ। ਤਨ ਦੇ ਵਿੱਚ ਪਹਿਲਾਂ ਮਨ ਨੂੰ ਖੋਜਿਆ, ਤਨ ਦੀ ਖੋਜ ਕਰੀ, ਤਨ ਦੇ ਵਿੱਚੋਂ ਕੀ ਮਿਲਿਆ? ਮਨ, ਜੋਤ, ਪ੍ਰਕਾਸ਼। ਤੇ ਫਿਰ ਮਨ ਦੁਆਰਾ ਖੋਜਿਆ, ਮਨ ਦੇ ਵਿੱਚ ਪ੍ਰਭੂ ਪ੍ਰਾਪਤ ਹੋ ਗਿਆ। ਤਨ ਮੈਂ ਮਨੁਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਜਦ ਤੱਕ ਸਾਨੂੰ ਆਪਣੇ ਮਨ ਦਾ ਗਿਆਨ ਨਹੀਂ ਹੈ, ਆਪਣੇ ਪ੍ਰਕਾਸ਼ ਦਾ ਗਿਆਨ ਨਹੀਂ ਹੈ, ਆਪਣੀ ਜੋਤ ਸਰੂਪ ਦਾ ਗਿਆਨ ਨਹੀਂ ਹੈ, ਉਦੋਂ ਤੱਕ ਅਸੀਂ ਪ੍ਰਭੂ ਤੋਂ ਦੂਰ ਹਾਂ। ਉਦੋਂ ਤੱਕ ਅਸੀਂ ਉਸ ਦੇ ਦਰਸ਼ਨ ਨਹੀਂ ਕਰ ਸਕਦੇ। ਸਾਹਮਣੇ ਹੁੰਦੇ ਵੀ ਅਸੀਂ ਭਰਮ 'ਚ ਹਾਂ। ਪਰ ਜਦੋਂ ਜੋਤ ਦਾ ਗਿਆਨ ਹੋ ਜਾਂਦਾ ਹੈ ਫਿਰ ਸਾਰੇ ਪਾਸੇ ਪ੍ਰਭੂ ਦਾ ਗਿਆਨ ਹੋ ਜਾਂਦਾ ਹੈ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਾ। ਜਿਸ ਦੀ ਲੋੜ ਸੀ ਸਾਨੂੰ ਉਹ ਲੱਭ ਲਿਆ, ਕਹਿੰਦੇ ਸੋ ਪ੍ਰਭ ਲੱਦਾ ਲੋੜ। ਕਿਉਂਕਿ ਅਸੀਂ ਉਸੇ ਨੂੰ ਮਿਲਣ ਦੇ ਵਾਸਤੇ ਆਏ ਹਾਂ। ਪਰ ਲੱਭਿਆ ਕਿਵੇਂ? ਤਨ ਖੋਜਿਆ, ਤਨ ਦੇ ਵਿੱਚ ਮਨ ਖੋਜਿਆ, ਫਿਰ ਉਸ ਪ੍ਰਭੂ ਨੂੰ ਲੱਭ ਲਿਆ। ਬਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਉਹ ਗੁਰੂ ਜਿਹੜਾ ਵਿਸ਼ੇਸ਼ ਹੈ, ਜਿਹੜਾ ਸੱਚਾ ਹੈ, ਉਹ ਗੁਰੂ ਪ੍ਰਾਪਤ ਕੀਤਾ, ਉਹ ਗਿਆਨ ਲਿਆ ਜਿਹੜਾ ਪ੍ਰਵਾਨ ਹੈ ਉਸ ਪ੍ਰਭੂ ਦੇ ਘਰ ਦੇ ਵਿੱਚ, ਜਿਸ ਨੇ ਮੈਨੂੰ ਪ੍ਰਭੂ ਦੇ ਨਾਲ ਜੋੜ ਦਿੱਤਾ। ਅੱਗੇ ਹੈ ਮਹੱਲੇ ਤੀਜੇ ਦਾ ਸਲੋਕ। ਮਾਇਆ ਧਾਰੀ ਅਤ ਅੰਨਾ ਭੋਲਾ। ਇੱਕ ਪਾਸੇ ਮਾਇਆ ਧਾਰੀ ਹੈ। ਮਾਇਆ ਧਾਰੀ ਕੀ ਹੈ? ਇੱਥੇ ਕਿਸ ਦੀ ਗੱਲ ਕਰਦੇ ਨੇ? ਮਨ ਦੀ। ਮਨ ਮਾਇਆ ਧਾਰੀ ਕੀ ਹੈ ਕਿ ਮਨ ਨੇ ਇਸ ਮਾਇਆ ਰੂਪੀ ਕੱਪੜੇ ਨੂੰ ਪਾਇਆ, ਜਿਵੇਂ ਆਪਾਂ ਕਹਿ ਦਿੰਦੇ ਵਰਦੀ ਧਾਰੀ। ਏਦਾਂ ਚੋਲਾ ਜਿਹੜਾ ਮਾਇਆ ਦਾ ਪਾਇਆ ਹੈ। ਕਿਉਂਕਿ ਜਿੰਨੀ ਦੇਰ ਇਸ ਮਾਇਆ ਦੇ ਚੋਲੇ ਦੇ ਵਿੱਚ ਹੈ ਜੀਵ, ਉਸ ਨੂੰ ਪ੍ਰਭੂ ਦਾ ਗਿਆਨ ਨਹੀਂ ਹੁੰਦਾ। ਜਿਨ੍ਹਾਂ ਨੇ ਪ੍ਰਭੂ ਨੂੰ ਪਾਇਆ ਹੈ ਉਹਨਾਂ ਨੇ ਪਹਿਲਾਂ ਇਸ ਕਾਇਆ ਨੂੰ ਛੱਡਿਆ। ਨਾਮ ਰਤਨ ਤੋਂ ਪਾਈ ਹੈ ਜੋ ਪਹਿਲਾ ਤਜੈ ਸਰੀਰ। ਇਸ ਕੱਪੜੇ ਨੂੰ ਉਤਾਰਿਆ, ਫਿਰ ਪ੍ਰਭੂ ਤੋਂ ਨਾਮ ਪ੍ਰਾਪਤ ਕੀਤਾ, ਫਿਰ ਇਸ ਨੂੰ ਨਾਮ ਦੇ ਰੰਗ ਦੇ ਵਿੱਚ ਰੰਗਿਆ। ਇਸ ਕਰਕੇ ਜਿਹੜੇ ਜੀਵ ਸਿਰਫ 9 ਦਰਾਂ ਦੇ ਤਨ ਤੱਕ ਸੀਮਤ ਨੇ ਉਹ ਮਾਇਆ ਧਾਰੀ ਨੇ। ਪੈਸਾ ਹੋਰ ਉਹ ਚੀਜ਼ਾਂ ਵੱਧਦੀਆਂ ਨੇ, ਕਿਉਂਕਿ
सब तो पहला मूल क्या है? माया का शरीर। ये शरीर सब मूल है माया। दूजे पाए परम भुलाया। इस करके सतगुरु समझाਉਂਦੇ ने कि ऐसे जीव जिन्हां दा मन इस माया के कपड़े दे विच लिपटिया है, वो अन्ना भी है, भोला भी है, उसनों कोई ज्ञान नहीं है। शब्द न सुनी बहु रोल कचोला, वो गुरु दा शब्द का ज्ञान नहीं लैंदा, क्योंकि उसके अंदर अपने अंदर ही बड़ा झगड़ा है। वो माया तक ही सीमित है। वो चौथे पद का ज्ञान ही नहीं लैंदा, त्रै गुणों के विच ही उलझिया रहिंदा है। संसारिक झगड़ियां संसार तक ही सीमित है। गुरमुख जापै शब्द लिव लाए, जो गुरमुख ने वो जापना की है? देखना। वो देखते ने प्रभु नूं, क्योंकि उन्हां दा दृष्टि जो अन्नापन खत्म होया है, वो उन्हां कोल दृष्टि है देखण दी, उन्हां दी अज्ञानता खत्म हो चुकी है। उन्हां शब्द नाल लिव जोड़ी गुर दा ज्ञान लिया ते हुण देख रहे ने उसनूं। हर नाम सुन मन्ने हर नाम समाए। उन्हां हरि दे नाम नूं सुनिया सी, फिर मन्निया, गुर दा ज्ञान सुनिया मन्निया, फिर उस दे नाल उहदे विच समा गए। हर नाम समाए। जो तिस भावै सो करे कराया। जो प्रभु नूं पाउंदा है, फिर जिहड़े समा जांदे ने, वो फिर वो करदे ने जिहड़ा प्रभु करवाउंदा है। नानक बजदा जंत बजाया। वो फिर आप नहीं चलदा, वो प्रभु वालों बजाया बजदा है। क्योंकि जिहड़े प्रभु समा जाते ने, फिर वो अपनी मत नहीं चलते, जिमें चलाउंदा उवें चलते ने, जिमें प्रभु का हुक्म है उवें चलते ने। इस करके वो बजाए बजते ने। आओ अगे पौड़ी है। तू करता सब किश जानदा, जो जियां अंदर वरतै। हे प्रभु, हे करते पुरख, तू सब कुछ जानदा है। की जानदा है? कि जियां दे अंदर की है, साडे मन विच की है। कट कट के अंतर की जानत, भले बुरे की पीर पछानत। जो साडे अंदर है उस प्रभु नूं पता, जो साडे मन विच है, साडे चित विच है, बिना बोलिया वो जानदा है। तू करता आप अगणत है, सब जग विच गणत है। प्रभु गिनतियां मिणतियां तो परे है। उसका कोई हद नहीं है, उसका कोई पार नहीं है, तोलिया जा सकता, वो अतुल है। उसकी कोई सीमा नहीं, असीम है। इस करके संसार जिहड़ा है ये गणत दे विच है। इसकी हद भी है, इसकी सीमा भी है। सब कीता तेरा वरतदा, सब तेरी बनत है। पर सो भी है तेरा ही कीता होया हो रहा है। जो तैनू पाउंदा वो ही वरतदा है, तेरे हुक्म दे विच ही हो रहा है, ते तेरी ही बनाई बनत है। तू घट घट एक वरतदा, सच साहब चलता है, ते सारियां दे विच घट घट दे विच आ वसदा भी है। पर ये तेरा खेल है, अचरज है, तेरा चलत है। दिसदा विरलियां नूं है, लेकिन बसदा सारियां विच है। जिहड़े मायाधारी अन्ने वोले ने, उन्हां नूं दिसदा नहीं है। जिहड़े गुरमुख ने शब्द नाल लिव जोड़ के वो देख रहे ने, लेकिन वसदा घट घट दे विच है। सतगुर नूं मिले सो हर मिले, ना ही किसै परतै। जिहड़ा सतगुर नूं मिलदा है, सच्चा ज्ञान लैंदा है, सच्चे उपदेश लैंदा है, वही फिर जाके हरि नूं मिलदा है। होर कोई तरीका नहीं है। जे असीं कई भी होर किसी तरीके नाल उस प्रभु नूं पा लवांगे,
ਉਸ ਨੂੰ ਪ੍ਰਤਿਆ ਲਵਾਂਗੇ, ਉਸ ਨੂੰ ਖੁਸ਼ ਕਰ ਦੇਵਾਂਗੇ, ਨਹੀਂ। ਸੱਚਾ ਗੁਰ ਲੈ ਕੇ ਹੀ ਪ੍ਰਭੂ ਦੇ ਨਾਲ ਮਿਲਿਆ ਜਾਂਦਾ ਹੈ। ਆਓ ਅਗਲਾ ਸ਼ਲੋਕ ਹੈ ਮਹੱਲੇ ਚੌਥੇ ਦਾ, ਸ਼ਲੋਕ ਮਹੱਲਾ ਚੌਥਾ। ਇਹ ਮਨੁਆ ਦ੍ਰਿੜ ਕਰ ਰੱਖੀ ਹੈ, ਗੁਰਮੁਖ ਲਾਈ ਹੈ ਚਿੱਤ। ਹੁਣ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਗੁਰਮੁਖ ਦਾ ਸੰਗ ਕਰਕੇ ਗੁਰ ਲੈਣਾ ਹੈ, ਗੁਰ ਦੀ ਮਤ ਲੈਣੀ ਹੈ, ਫਿਰ ਮਨ ਨੂੰ ਦ੍ਰਿੜ ਕਰਕੇ ਰੱਖਣਾ ਹੈ, ਨਾਮ ਨੂੰ ਦ੍ਰਿੜ ਕਰਨਾ ਹੈ, ਗੁਰ ਨੂੰ ਦ੍ਰਿੜ ਕਰਨਾ ਹੈ। ਕਿਉਂ ਸਾਸ ਗਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿੱਤ। ਕਿਉਂਕਿ ਗੁਰਮੁਖਾਂ ਨੇ ਸਾਨੂੰ ਕਿੱਥੇ ਜੋੜਨਾ ਹੈ ਪ੍ਰਭੂ ਦੇ ਨਾਲ, ਜਿੱਥੋਂ ਸਵਾਸ ਆਉਂਦਾ ਹੈ, ਜਿੱਥੋਂ ਮਾਲਕ ਸਾਨੂੰ ਸਵਾਸ ਦਿੰਦਾ ਹੈ। ਅਸੀਂ ਸਵਾਸ ਲੈਂਦੇ ਹਾਂ, ਫਿਰ ਬਾਹਰ ਆਉਂਦਾ ਹੈ, ਫਿਰ ਲੈਂਦੇ, ਫਿਰ ਬਾਹਰ ਆਉਂਦਾ ਹੈ। ਉੱਥੇ ਚਿੱਤ ਜੋੜਨਾ ਹੈ, ਉਸ ਨੂੰ ਵਿਸਾਰਨਾ ਨਹੀਂ ਹੈ। ਉੱਥੇ ਸਾਨੂੰ ਗੁਰਮੁਖ ਜੋੜਦੇ ਨੇ ਜਿੱਥੋਂ ਸਾਨੂੰ ਸਵਾਸ ਆਉਂਦਾ ਹੈ। ਮਰਨ ਜੀਵਨ ਕੀ ਚਿੰਤਾ ਗਈ, ਇਹ ਜੀੜਾ ਹਰ ਪ੍ਰਭ ਬਸ। ਤੇ ਜਦੋਂ ਸਵਾਸ ਗ੍ਰਾਸ ਤੇ ਆਉਣਾ ਸ਼ੁਰੂ ਕਰਦੇ ਹਾਂ ਤੇ ਪ੍ਰਭੂ ਦੇ ਦਰ ਤੇ ਚਲੇ ਜਾਂਦੇ ਹਾਂ, ਪ੍ਰਭੂ ਦੇ ਵਸ ਵਿੱਚ ਹੋ ਜਾਂਦੇ ਹਾਂ, ਫਿਰ ਸਾਡਾ ਜੀਵਨ ਮਰਨ ਦੀ ਚਿੰਤਾ ਖਤਮ ਹੋ ਜਾਂਦੀ ਹੈ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਮਰਨੇ ਦੀ ਚਿੰਤਾ ਖਤਮ ਹੋ ਜਾਂਦੀ ਹੈ, ਜੀਵਨ ਦੀ ਆਸ। ਜਿਉਂ ਭਾਵ ਹੈ ਤਿਉਂ ਰੱਖ ਤੂੰ, ਜਨ ਨਾਨਕ ਨਾਮ ਬਖਸ਼। ਤੇ ਜਿਵੇਂ ਪਾਉਂਦਾ ਉਵੇਂ ਹੀ ਰੱਖਦਾ ਹੈ। ਜੇ ਉਹਦੇ ਵਸ ਵਿੱਚ ਹੋ ਜਾਂਦੇ ਹਾਂ, ਫਿਰ ਜਿਵੇਂ ਉਹਨੂੰ ਪਾਉਂਦਾ ਉਵੇਂ ਚਲਾਉਂਦਾ ਹੈ। ਕਿਉਂਕਿ ਆਪ ਫਿਰ ਸਾਨੂੰ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ। ਪਰ ਕਿਹਨਾਂ ਨੂੰ ਕਰਦਾ ਹੈ? ਜਿਹੜੇ ਮਨ ਨੂੰ ਦ੍ਰਿੜ ਕਰਕੇ ਰੱਖਦੇ ਨੇ, ਗੁਰ ਦੀ ਮਤ ਲੈ ਕੇ ਦ੍ਰਿੜ ਕਰਕੇ। ਜਿਹੜੇ ਡੋਲਦੇ ਨਹੀਂ, ਡੁਗੇ ਨਾ ਡੋਲਾ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਜਿਹੜੇ ਡੋਲ ਜਾਂਦੇ ਨੇ, ਉਹ ਥਿਰਕ ਜਾਂਦੇ ਨੇ, ਉਹ ਪ੍ਰਭੂ ਤੋਂ ਵਿਛੜ ਜਾਂਦੇ ਨੇ। ਜਿਹੜੇ ਗੁਰ 'ਤੇ ਵਿਸ਼ਵਾਸ ਕਰਕੇ ਚੱਲਦੇ ਨੇ ਤੇ ਉਹਨਾਂ ਨੂੰ ਪ੍ਰਭੂ ਆਪਣੇ ਵਸ ਵਿੱਚ ਕਰ ਲੈਂਦਾ ਹੈ। ਫਿਰ ਉਹਨਾਂ ਨੂੰ ਨਾਮ ਦੀ ਬਖਸ਼ਿਸ਼ ਕਰਦਾ ਹੈ। ਆਓ ਫਿਰ ਅਗਲਾ ਮਹੱਲੇ ਤੀਜੇ ਦਾ ਸ਼ਬਦ ਹੈ, ਸ਼ਲੋਕ। ਮਨਮੁਖ ਅਹੰਕਾਰੀ ਮਹਿਲ ਨਾ ਜਾਣੈ, ਖਿਨ ਆਗੈ ਖਿਨ ਪਿਛੈ। ਜਿਹੜੇ ਮਨਮੁਖ ਲੋਕ ਨੇ, ਹੰਕਾਰੀ ਲੋਕ ਨੇ, ਉਹਨਾਂ ਨੂੰ ਆਪਣੇ ਮਹਿਲ ਦੀ ਸੋਝੀ ਨਹੀਂ ਹੈ ਕਿ ਸਾਡਾ ਮਹਿਲ ਕਿੱਥੇ, ਕਿੱਥੇ ਬੈਠਾ ਪ੍ਰਭੂ ਸਾਨੂੰ ਪਾਲ ਰਿਹਾ ਹੈ, ਕਿੱਥੇ ਬੈਠਾ ਸਵਾਸ ਦਿੰਦਾ ਹੈ। ਉਹਨਾਂ ਨੂੰ ਉਸ ਘਰ ਦੀ ਸੋਝੀ ਨਹੀਂ ਹੈ। ਉਹ ਕਦੇ ਉੱਧਰ ਚਲੇ ਜਾਂਦਾ ਧਿਆਨ, ਕਦੇ ਉਸ ਤੋਂ ਉੱਧਰ। ਉੱਥੇ ਧਿਆਨ ਹੀ ਨਹੀਂ ਆਉਂਦਾ ਕਿਉਂਕਿ ਉਹ ਦਰ ਦਾ ਪਤਾ ਹੀ ਨਹੀਂ ਹੈ ਉਹਨਾਂ ਨੂੰ। ਵੱਧ ਤੇ ਵੱਧ ਹੰਕਾਰੀ ਅੱਖਾਂ ਮੀਚ ਕੇ ਬੈਠ ਜਾਏਗਾ, ਕਿਉਂਕਿ ਧਿਆਨ ਮਾਰਗ ਦਾ ਭੇਤ ਨਹੀਂ ਹੈ। ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗਾਹ ਸਿੱਚੈ। ਸਤਿਗੁਰੂ ਸਮਝਾਉਂਦੇ ਨੇ ਕਿ ਅਸੀਂ ਬੁਲਾ ਰਹੇ ਨੇ, ਕਿਹਨਾਂ ਦੁਆਰਾ? ਆਪਣੇ ਜਨਾਂ ਦੁਆਰਾ, ਆਪਣੇ ਚਾਕਰਾਂ ਦੁਆਰਾ। ਪਰ ਫਿਰ ਵੀ ਉਹ ਜੀਵ ਜਾਂਦੇ ਨਹੀਂ। ਜਿਹੜੇ ਹੰਕਾਰੀ ਲੋਕ ਨੇ, ਮਨਮੁਖ ਨੇ, ਉਸ ਦਰ 'ਤੇ ਨਹੀਂ ਜਾਂਦੇ। ਕਿਉਂ ਕਰ ਦਰਗਾਹ ਸਿੱਚੈ। ਫਿਰ ਦਰਗਾਹ ਦਾ ਕਿਵੇਂ ਗਿਆਨ ਹੋਏਗਾ? ਦਰਗਾਹ ਦੀ ਸੋਝੀ ਕਿਵੇਂ ਹੋਏਗੀ? ਦਰਗਾਹ ਕਿਵੇਂ ਪ੍ਰਾਪਤ ਹੋਏਗੀ? ਫਿਰ ਤਾਂ ਨਰਕ ਹੀ ਪ੍ਰਾਪਤ ਹੋਣਗੇ। ਸਤਿਗੁਰ ਕਾ ਮਹਿਲ ਵਿਰਲਾ ਜਾਣੈ, ਸਦਾ ਰਹਿ ਕਰ ਜੋੜ। ਸਤਿਗੁਰ ਦਾ ਮਹਿਲ ਹੈ ਜਿਹੜਾ, ਉਹ ਵਿਰਲਾ ਜਾਣਦਾ ਹੈ ਤੇ ਉਹ ਫਿਰ ਉਸ ਪ੍ਰਭੂ ਦੇ ਦਰ 'ਤੇ ਸਦਾ ਜੋੜ ਕੇ ਰੱਖਦਾ ਹੈ। ਕਿ ਹੱਥ ਕਰ, ਦੋਨੋਂ ਨੇਤਰ ਸਮ ਕਰਕੇ ਚਿੱਤ ਜੋੜ ਕੇ ਰੱਖਦਾ ਪ੍ਰਭੂ ਦੇ ਨਾਲ, ਜਿਨ੍ਹਾਂ ਉਹ ਮਹਿਲ ਨੂੰ ਜਾਣ ਲਿਆ ਹੈ। ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬੋਹੜ। ਉਸ ਪ੍ਰਭੂ ਦੇ ਦਰ 'ਤੇ ਰਹਿੰਦੇ ਹਾਂ ਜਿਹੜੇ ਉਸ ਮਹਿਲ ਦਾ ਗਿਆਨ ਲੈ ਲੈਂਦੇ ਨੇ, ਉਸ ਦਰ 'ਤੇ ਬਹਿੰਦੇ ਨੇ, ਆਪ ਕਿਰਪਾ ਕਰਦਾ ਹੈ। ਫਿਰ ਪ੍ਰਭੂ ਆਪ ਸਾਨੂੰ ਮਿਲ ਲੈਂਦਾ, ਆਪ ਪ੍ਰਗਟ ਹੋ ਜਾਂਦਾ ਹੈ, ਆਪ ਬੋੜਦਾ ਹੈ ਆ ਕੇ, ਜਦੋਂ ਅਸੀਂ ਉਸ ਦਰ 'ਤੇ ਬੈਠਦੇ ਹਾਂ ਦ੍ਰਿੜ ਕਰਕੇ। ਪਰ ਜਿਹੜੇ ਮਨਮੁਖ ਨੇ ਉਹ ਉੱਥੇ
नहीं जानते, क्योंकि विरले जीव ने ये सोच ਲਈ है महल ਦੀ, ਜਿਹੜੇ ਫਿਰ ਉੱਥੇ ਗਿਆਨ ਲੈ ਕੇ ਬੈਠਦੇ ਨੇ ਤੇ ਉਹਨਾਂ ਨੂੰ ਪ੍ਰਭੂ ਆਪ ਮਿਲ ਲੈਂਦਾ ਹੈ। ਅੱਗੇ ਪੌੜੀ ਹੈ, सा सेवा कीती सफल है जित सतगुर का मन मने। ਹੁਣ ਸਮਝਾਉਂਦੇ ਨੇ ਵੀ ਸੇਵਾ ਤਾਂ ਬਹੁਤ ਦੁਨੀਆ ਕਰਦੀ ਹੈ, ਪਰ ਸਫਲ ਕਿਹੜੀ ਸੇਵਾ ਹੈ? ਜਦੋਂ ਅਸੀਂ ਸੱਚੇ ਗੁਰ ਦਾ ਗਿਆਨ ਲੈ ਕੇ ਸੁਣ ਕੇ ਮੰਨ ਲੈਂਦੇ ਹਾਂ, ਪੂਰਾ ਵਿਸ਼ਵਾਸ ਕਰਕੇ ਦ੍ਰਿੜ ਕਰਕੇ ਫਿਰ ਅਸੀਂ ਸੇਵਾ ਕਰਦੇ ਦਰ 'ਤੇ, ਫਿਰ ਉਹ ਸੇਵਾ ਸਫਲ ਹੁੰਦੀ ਹੈ, ਕਿਉਂਕਿ ਸਤਿਗੁਰ ਦੇ ਬਚਨ ਨੂੰ ਕਮਾਉਂਦੇ ਹਾਂ। ਫਿਰ ਸਤਿਗੁਰ ਖੁਸ਼ ਹੁੰਦਾ ਹੈ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਪੰਨੇ। ਜਦੋਂ ਦਰ 'ਤੇ ਬਹਿੰਦੇ ਹਾਂ ਪੂਰੇ ਵਿਸ਼ਵਾਸ ਦੇ ਨਾਲ, ਸਤਿਗੁਰ ਦੇਖਦਾ ਹੈ ਕਿ ਹਾਂ ਹੁਣ ਇਸ ਨੂੰ ਵਿਸ਼ਵਾਸ ਹੈ, ਇਹ ਬੇਮੁਖ ਨਹੀਂ ਹੋਇਆ, ਇਹ ਦਰ 'ਤੇ ਬੈਠਾ ਹੈ, ਫਿਰ ਉਹ ਸਾਡੇ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕਨੇ। ਜਿਨ੍ਹਾਂ ਨੇ ਉਹ ਉਪਦੇਸ਼ ਨੂੰ ਸੁਣਿਆ ਜਿਹੜਾ ਸਤਿਗੁਰੂ ਨੇ ਦਿੱਤਾ ਹੈ, ਕੰਨਾਂ ਨਾਲ ਅਸੀਂ ਸੁਣਿਆ ਕਿ ਉਪਦੇਸ਼ ਹੁੰਦਾ ਹੈ ਕਿ ਕਿਵੇਂ ਆਪਾਂ ਪ੍ਰਭੂ ਦੇ ਦਰ 'ਤੇ ਜਾਣਾ ਹੈ, ਕਿਵੇਂ ਧਿਆਨ ਲਗਾਉਣਾ ਹੈ, ਕਿਸ ਪੁਆਇੰਟ 'ਤੇ ਆਪਾਂ ਕਿੱਥੋਂ ਦਰ ਸ਼ੁਰੂ ਹੁੰਦਾ ਹੈ, ਕਿਵੇਂ ਪ੍ਰਵੇਸ਼ ਕਰਨਾ ਹੈ, ਕਿੱਥੇ ਪ੍ਰਭੂ ਮਸਤਕ 'ਤੇ ਪ੍ਰਗਟ ਹੈ ਬਸਦਾ ਹੈ, ਕਿਵੇਂ ਉੱਥੇ ਤੱਕ ਆਪਾਂ ਜਾਣਾ ਹੈ। ਇਹ ਕੰਨਾਂ ਦੇ ਨਾਲ ਸੁਣਦੇ ਨੇ, ਜਿਹੜੇ ਫਿਰ ਸੁਣ ਕੇ ਮੰਨਦੇ ਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜ੍ਹੀ ਚਵੱਗਣ ਬੰਨੇ। ਤੇ ਜਿਨ੍ਹਾਂ ਨੇ ਫਿਰ ਉਪਦੇਸ਼ ਨੂੰ ਸੁਣ ਕੇ ਮੰਨ ਲਿਆ, ਧਿਆਨ ਦਾ ਮਾਰਗ ਨੂੰ ਸੁਣ ਕੇ ਮੰਨ ਲਿਆ, ਧਿਆਨ ਸ਼ੁਰੂ ਕਰ ਦਿੱਤਾ, ਤੇ ਉਹ ਫਿਰ ਰੋਜ਼ ਹੀ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ ਮਨ ਨੂੰ, ਮਨ ਪ੍ਰਕਾਸ਼ ਰੂਪ ਹੋਣਾ ਸ਼ੁਰੂ ਹੋ ਗਿਆ। ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਪਿੰਨੇ। ਇਹ ਚਾਲ ਜਿਹੜੀ ਹੈ ਇਹ ਨਿਰਾਲੀ ਚਾਲ ਹੈ, ਕਿਉਂਕਿ ਇੱਥੇ ਬੋਲਣ ਦੀ ਨਹੀਂ ਹੈ, ਇੱਥੇ ਖੰਨੇ ਤਿੱਖੀ ਤੇ ਵਾਲੋਂ ਨਿੱਕੀ ਮਾਰਗ 'ਤੇ ਅਸੀਂ ਚੱਲਣਾ ਹੁੰਦਾ ਹੈ। ਇਹ ਗੁਰਮੁਖੀ ਦੀ ਚਾਲ ਹੈ, ਨਿਰਾਲੀ ਹੈ, ਜਿਸ ਨੂੰ ਆਪਾਂ ਕਹਿੰਦੇ ਹਾਂ ਭਗਤਾਂ ਕੀ ਚਾਲ ਨਿਰਾਲੀ। ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ। ਇਹ ਅੱਜ ਤੋਂ ਨਹੀਂ ਹੈ, ਜੁਗਾਂ ਤੋਂ ਹੀ ਚਾਲ ਹੈ, ਨਿਰਾਲੀ ਹੈ, ਧਿਆਨ ਮਾਰਗ ਹੈ। ਜਿਨ੍ਹਾਂ ਨੇ ਸੁਣਿਆ ਗੁਰ ਨੂੰ, ਜਿਨ੍ਹਾਂ ਦਾ ਮਨ ਭਿੱਜ ਗਿਆ, ਮੰਨ ਗਿਆ, ਉਹਨਾਂ ਦੀ ਇਹ ਚਾਲ ਨਿਰਾਲੀ ਹੋ ਜਾਂਦੀ ਹੈ। ਜਿਹੜੇ ਦੂਜੇ ਨੇ ਉਤਰੇ ਗੁਣਾਂ ਤੱਕ ਹੀ ਸੀਮਤ ਰਹਿੰਦੇ ਨੇ, ਇਹ ਨਿਰਾਲੀ ਚਾਲ 'ਤੇ ਨਹੀਂ ਹੈ, ਕਿਉਂਕਿ ਭਗਤੀ ਉਹ ਹੈ ਜਿਹੜੀ ਮਹਾਰਾਜ ਸਮਝਾਉਂਦੇ ਤ੍ਰੈ ਗੁਣ ਮੇਟੇ ਚੌਥਾ ਵਰਤਾ। ਇਹ ਭਗਤ ਨਿਰਾਲੀ। ਸੋ ਹੁਣ ਆਪਾਂ ਨਾਲ ਧਿਆਨ ਵੀ ਲਾਈਏ, ਸੁਣਨਾ ਹੈ, ਮੰਨਣਾ ਹੈ। ਜਿਹੜੇ ਦਰ 'ਤੇ ਦ੍ਰਿੜ ਕਰਕੇ ਰੱਖਦੇ ਨੇ ਉਹਨਾਂ ਦੇ ਮੁਖ ਉਜਲ ਹੁੰਦੇ ਨੇ, ਰੋਜ਼ ਰੰਗ ਚੜ੍ਹਦਾ ਹੈ। ਪਰ ਜਿਹੜੇ ਵਿਸ਼ਵਾਸ ਕਰਦੇ ਨੇ ਸ਼ੰਕਾ ਨਹੀਂ ਕਰਨੀ, ਕਿਉਂਕਿ ਆਪਾਂ ਬੰਦੇ ਤੋਂ ਛੁਪਾ ਸਕਦੇ ਹਾਂ, ਪ੍ਰਭੂ ਤੋਂ ਕੁਛ ਵੀ ਨਹੀਂ ਛੁਪਾ ਸਕਦੇ, ਉਹ ਸਭ ਜਾਣਦਾ ਹੈ। ਇਸ ਕਰਕੇ ਇਸ 'ਤੇ ਸ਼ੰਕਾ ਨਹੀਂ ਕਰਨਾ। ਇਹ ਆਪਣਾ ਕੋਈ ਦਿੱਤਾ ਉਪਦੇਸ਼ ਨਹੀਂ ਹੈ, ਕਿਤੇ ਨਾ ਸਮਝ ਲਿਓ ਕਈ ਜੋ ਮੈਂ ਤੁਹਾਨੂੰ ਇਹ ਕੁਛ ਦਿੰਦਾ, ਨਹੀਂ, ਐਸਾ ਨਹੀਂ ਹੈ, ਕਿਉਂਕਿ ਇਸ ਦਾ ਬਜਾਏ ਵੱਜਣ ਵਾਲੇ ਹਾਂ, ਉਹ ਕਰਨ ਵਾਲਾ ਸਾਰਾ ਆਪ ਹੈ। ਇਸ ਕਰਕੇ ਉਸੇ ਦੇ ਉਪਦੇਸ਼ ਨੂੰ ਸੱਚ ਕਰਕੇ ਮੰਨਣਾ ਹੈ, ਫਿਰ ਹੀ ਪ੍ਰਭੂ ਦਇਆ ਕਰਦਾ ਹੈ। ਸੋ ਆਓ, ਕਰਨਾ ਕੀ ਹੈ, ਨਿਰਾਲੀ ਚਾਲ ਕੀ ਹੈ, ਜਿੱਥੇ ਬੋਲਣਾ ਨਹੀਂ ਹੁੰਦਾ, ਚੱਲਣਾ ਹੈ, ਧਿਆਨ ਮਾਰਗ ਹੈ। ਮਨ ਸਾਡਾ ਨੇਤਰਾਂ ਦੇ ਵਿੱਚ ਹੈ। ਇੱਥੇ ਦੋਨਾਂ ਨੇਤਰਾਂ ਨੂੰ ਸਮ ਕਰਕੇ ਇਸ ਦਰ 'ਤੇ ਆਪਾਂ ਬੈਠਣਾ ਹੈ। ਇੱਥੋਂ ਮਹਿਲ ਸ਼ੁਰੂ ਹੁੰਦਾ ਹੈ ਪ੍ਰਭੂ ਦਾ, ਸਤਿਗੁਰ ਦਾ। ਇੱਧਰ 9 ਦਰ ਨੇ, ਇੱਥੋਂ ਸਤਿਗੁਰ ਦਾ ਮਹਿਲ ਸ਼ੁਰੂ ਹੁੰਦਾ। ਆਪਾਂ ਸਭ ਤੋਂ ਪਹਿਲਾਂ ਇਸ ਪੁਆਇੰਟ 'ਤੇ ਦੋਨਾਂ ਨੇਤਰਾਂ ਨੂੰ ਸਮ ਕਰਨਾ ਹੈ।
ਇੱਥੇ ਦ੍ਰਿਸ਼ਟੀ ਫੋਕਸ ਕਰਨੀ ਹੈ ਤੇ ਆਪੇ ਦੀ ਪਹਿਚਾਣ ਕਰਨੀ ਹੈ। ਆਪਣੇ ਆਪ ਨੂੰ ਪਹਿਚਾਣਨਾ ਹੈ ਕਿ ਅਸੀਂ ਕਿਸ ਅਵਸਥਾ 'ਚ ਹਾਂ। ਜਦੋਂ ਇੱਥੇ ਧਿਆਨ ਲਾਵਾਂਗੇ, ਇਸ ਪੁਆਇੰਟ ਤੇ ਦ੍ਰਿਸ਼ਟੀ ਫੋਕਸ ਕਰਾਂਗੇ, ਇਹ ਦੇਖਣਾ ਕਿ ਨੱਕ ਦਿਸਦਾ ਜਾਂ ਨਹੀਂ। ਜੇ ਨੱਕ ਨਹੀਂ ਦਿਸਦਾ ਫਿਰ ਸਾਡੇ ਮਨ ਦੀ ਅਵਸਥਾ ਹੈ ਦੇਵਤਾ, ਇੱਕ ਦ੍ਰਿਸ਼ਟ ਹਾਂ। ਜੇ ਦਿਸਦਾ ਹੈ ਫਿਰ ਦੋ ਦ੍ਰਿਸ਼ਟੀ ਹੈ। ਜੇ ਫਿਰ ਦਿਸਦਾ ਫਿਰ ਆਪਾਂ ਇਹ ਦੇਖਣਾ ਵੀ ਕਿਸ ਪਾਸੇ ਨੂੰ ਦਿਸਦਾ, ਸੱਜੇ ਖੱਬੇ ਜਾਂ ਵਿਚਾਲੇ। ਸੱਜੇ ਤਮੋ ਗੁਣ, ਖੱਬੇ ਰਜੋ ਗੁਣ ਤੇ ਵਿਚਾਲੇ ਸਤੋ ਗੁਣ ਹੈ। ਉਸ ਤੋਂ ਬਾਅਦ ਆਪ ਜੀ ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਦੇਖ ਲਓ ਮੇਰੇ ਵੱਲ। ਪਹਿਲਾਂ ਇਸ ਪੁਆਇੰਟ ਤੇ ਦੇਖਣਾ, ਆਪੇ ਨੂੰ ਪਰਖਣਾ ਹੈ ਆਪਣੇ ਧਿਆਨ ਨੂੰ ਕਿ ਸਾਡਾ ਧਿਆਨ ਕਿਸ ਪਾਸੇ, ਅਸੀਂ ਇੱਕ ਦ੍ਰਿਸ਼ਟ ਹਾਂ ਜਾਂ ਦੋ ਦ੍ਰਿਸ਼ਟ। ਇੱਥੋਂ ਮੈਂ ਆਵਾਜ਼ ਦੇਵਾਂਗਾ ਆਪ ਜੀ ਨੂੰ ਕਿ ਧਿਆਨ ਸਾਹਮਣੇ ਲੈ ਕੇ ਆਓ। ਸਾਹਮਣੇ ਦੇਖਣਾ ਹੈ। ਫਿਰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਪਲਕਾਂ ਉੱਤੇ ਚੁੱਕ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਸਾਹਮਣੇ। ਫਿਰ ਜਦੋਂ ਕਵਾਂਗਾ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ ਤੇ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੈ। ਫਿਰ ਦੇਖਣਾ ਹੈ ਜੇ ਨੱਕ ਦਿਸਦਾ ਸੀ ਪਹਿਲਾਂ ਜਿਨ੍ਹਾਂ ਨੂੰ, ਉਹਨਾਂ ਦੇਖਣਾ ਕਿ ਹੁਣ ਦਿਸਣੋਂ ਹਟ ਗਿਆ। ਤੇ ਜਿਨ੍ਹਾਂ ਦਾ ਇਹ ਮੁੱਖ ਪ੍ਰਕਾਸ਼ ਹੋ ਗਿਆ, ਉਹ ਪ੍ਰਭੂ ਦੇ ਦਰਗਾਹ ਦੇ ਵਿੱਚ ਪ੍ਰਵਾਨ ਨੇ। ਇਸ ਪਾਸਿਓਂ ਨੱਕ ਵੀ ਸਾਡਾ ਬਿਲਕੁਲ ਪ੍ਰਕਾਸ਼ ਹੋ ਜਾਂਦਾ, ਸ਼ੀਸ਼ੇ ਦੀ ਤਰ੍ਹਾਂ ਹੋ ਜਾਂਦਾ, ਹੀਰੇ ਦੀ ਤਰ੍ਹਾਂ ਚਮਕਣਾ ਸ਼ੁਰੂ ਹੋ ਜਾਂਦਾ। ਮੁੱਖ ਵੀ ਸਾਡਾ ਪ੍ਰਕਾਸ਼ ਹੋ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਸੋ ਆਓ ਵਿਸ਼ਵਾਸ ਦੇ ਨਾਲ ਚੱਲਣਾ ਹੈ, ਦ੍ਰਿੜ ਕਰਕੇ ਰਹਿਣਾ ਹੈ। ਆਓ ਨੇਤਰ ਸਮ ਕਰੀਏ, ਦ੍ਰਿਸ਼ਟੀ ਫੋਕਸ ਕਰੀਏ ਇਸ ਪੁਆਇੰਟ ਦੇ ਉੱਤੇ। सामने लेके आइए ध्यान। मस्तक दे सामने लै जाओ, पलका उत्ते चुक दो। फिर सामने लेके आइए। फिर सम करके देखिए, फिर नक ते ला के देखिए। जेकर कोई नवा जीव जे नक दिसदा सी किसी नूं पहला, उसने देखना है कि हुण दिसणों हट गया, एक दृष्ट हो गया। ते बाकी जो संगत है हर रोज करने वाली अपने प्रकाश रूप नूं देखना है।
नीचे लेके जाइए ध्यान, बिल्कुल रिलैक्स नीचे ले जो ध्यान। जो भी जिथे बैठे तो थले विछया है चादर फर्श जो भी है उस तो थोड़ा ऊपर देखना है, रिलैक्स, जोर नहीं लगाना। फिर सम करके देखे अपने आप नू। फिर नीचे ले जो ध्यान। सम करके देखे अपने आप। फिर नीचे ले जो ध्यान।
ਸਮ ਕਰਕੇ ਦੇਖੇ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਧਿਆਉਣਾ ਹੈ, ਆਰਾਧਨਾ ਹੈ। ਆਪਣਾ ਮੁਖ ਉਜਲ ਹੋਇਆ ਚਾਹੀਦਾ ਹੈ, ਕਿਉਂਕਿ ਫਿਰ ਆਪਾਂ ਪ੍ਰਭੂ ਦੇ ਭਲੇ ਭਗਤ ਨੇ ਹਾਂ। ਪ੍ਰਭ ਕੇ ਭਗਤ ਸੇ ਭਲੇ, ਨਾਨਕ ਤਿਨ ਮੁਖ ਉਜਲੇ। ਜਿਨ੍ਹਾਂ ਦੇ ਮੁਖ ਉਜਲ ਹੁੰਦੇ ਨੇ ਉਹ ਪ੍ਰਭੂ ਦੇ ਭਗਤ ਨੇ, ਭਲੇ ਨੇ, ਉਸਨੂੰ ਪਾਉਂਦੇ ਨੇ। ਉਜਲ ਕਿਵੇਂ ਹੋਣਾ ਹੈ? ਇਸ ਤਰੀਕੇ ਦੇ ਨਾਲ। ਇਹ ਵਿਧੀ ਹੈ। ਸਮ ਕਰਨਾ ਹੈ, ਨੀਚੇ ਲੈ ਕੇ ਜਾਣਾ ਹੈ, ਫਿਰ ਸਮ ਕਰਨਾ ਹੈ, ਫਿਰ ਨੀਚੇ ਲੈ ਕੇ ਜਾਣਾ। ਪੂਰੇ ਵਿਸ਼ਵਾਸ ਦੇ ਨਾਲ ਆਪਾਂ ਧਿਆਉਣਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।